और थले डाउन नहीं जाएगा ना? बस ठीक है। बस सतनाम वाहिगुरु साहिब जी। कृपा करो दीन के दाते, मेरा गुण अवगुण नाम विचारो कोई। माटी का क्या तो पै स्वामी, मानस की गत एही। दंडाउत बंधन अनक बार, सर्ब कला समरथ। डोलन ते राखो प्रभु, नानक दे कर हथ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਯਕੀਨਨ ਹੀ ਅਸੀਂ ਧੰਨਤਾ ਦੇ ਯੋਗ ਹਾਂ ਜੋ ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਮਹਾਵਾਕਾਂ ਅਨੁਸਾਰ ਆਪ ਸਮੂਹ ਸੰਗਤ ਗੁਰੂ ਦੇ ਪਿਆਰ ਵਾਲੇ ਨੌਜਵਾਨ ਵੀਰਾਂ ਵੱਲੋਂ ਸੰਪੂਰਨ ਇਲਾਕਾ ਤੇ ਆਪਣੇ ਨਗਰ ਤੇ ਦੇਸਾਂ ਵਿਦੇਸਾਂ ਵਿੱਚ ਰਹਿੰਦੇ ਹੋਏ ਜਿੰਨੇ ਵੀ ਮੇਰੇ NRI ਭਰਾ ਭੈਣਾਂ, ਜਿੰਨੇ ਵੀ ਸਾਡੇ ਇਸ ਇਲਾਕੇ ਦੀ ਸ਼ਾਨ ਵਧਾਉਣ ਵਾਲੇ ਗੁਰਮੁਖ ਪਿਆਰੇ ਵਿਦੇਸਾਂ ਵਿੱਚ ਰਹਿੰਦੇ ਨੇ, ਸਭ ਦੀ ਚੜ੍ਹਦੀ ਕਲਾ ਦੇ ਲਈ ਆਪ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਓਟ ਲਈ ਹੈ। ਇਸ ਸੰਸਾਰ ਦੇ ਅੰਦਰ ਸਿਰਫ ਦੋ ਚੀਜ਼ਾਂ ਪਾਈਆਂ ਜਾਂਦੀਆਂ ਨੇ, ਇੱਕ ਕੱਚ ਹੈ, ਇੱਕ ਸੱਚ ਹੈ। ਕੱਚ ਜੋ ਕੁਛ ਵੀ ਨਜ਼ਰੀ ਆਵੇ, ਚਮਕੀਲਾ ਹੋਵੇ, ਟੁੱਟ ਜਾਵੇ, ਵਿਖਰ ਜਾਵੇ, ਉਹਨੂੰ ਕੱਚ ਕਿਹਾ ਜਾਂਦਾ। ਤੇ ਦੂਸਰਾ ਹੁੰਦਾ ਹੈ ਸੱਚ। ਤੇ ਸੱਚ ਦੇ ਬਾਰੇ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫਰਮਾਨ ਨੇ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਔਰ ਸੰਸਾਰ ਦੇ ਵਿੱਚ ਲੜਾਈ ਵੀ ਇਹਨਾਂ ਦੋ ਚੀਜ਼ਾਂ ਦੀ ਚੱਲਦੀ ਪਈ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਕਿਰਪਾਲੂ ਦਾਤਾ ਦਾ ਇੱਕ ਸਿੱਖ ਭਾਈ ਕਰੋੜੀ ਮੱਲ, ਅਫਗਾਨਿਸਤਾਨ ਦਾ ਰਹਿਣ ਵਾਲਾ, ਬਹੁਤ ਵੱਡੀ ਉਹਦੇ ਤੇ ਕਿਰਪਾ ਹੈ, ਬਹੁਤ ਵੱਡਾ ਉਹਦਾ ਕਾਰੋਬਾਰ ਹੈ। ਇਹਦਾ ਕੰਮ ਕੀ ਹੈ? ਜਿਵੇਂ ਅਜੋਕੇ ਸਮੇਂ ਦੇ ਵਿੱਚ ਕੋਈ ਬੰਦਾ ਕਾਰਾਂ ਨੂੰ ਬਾਹਰੋਂ ਐਕਸਪੋਰਟ ਕਰਦਾ ਹੋਵੇ, ਇੰਪੋਰਟ ਕਰਦਾ ਹੋਵੇ ਤੇ ਇੰਡੀਆ ਦੇ ਵਿੱਚੋਂ ਮਹਿੰਗੀਆਂ ਕਾਰਾਂ ਵੇਚਦਾ ਹੋਵੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਸਿੱਖ ਜਿਹੜਾ ਮਹਿੰਗੇ ਮਹਿੰਗੇ ਘੋੜੇ ਈਰਾਨ ਤੋਂ ਖਰੀਦ ਕੇ ਤੇ ਇੰਡੀਆ ਦੇ ਵਿੱਚ ਵੇਚਦਾ ਹੈ। ਅੱਜ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਸਿੱਖ ਘੋੜੇ ਲੈ ਕੇ ਦਿੱਲੀ ਵਿੱਚ ਵੇਚਣ ਆਇਆ। ਸ਼ਾਹੀ ਫੌਜ ਦੇ ਕੋਲ ਇਸ ਨੇ ਘੋੜੇ ਵੇਚੇ ਤੇ ਘੋੜਿਆਂ ਦਾ ਮੁੱਲ ਲੈਣ ਵਾਸਤੇ ਔਰੰਗਜ਼ੇਬ ਦੇ ਦਰਬਾਰ ਵਿੱਚ ਗਿਆ। ਜਦੋਂ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਗਿਆ ਹੈ, ਉਸ ਵੇਲੇ
ਉਹਦੇ ਸਿਰ ਦੇ ਉੱਤੇ ਇੱਕ ਸ਼ਮਿਆਨਾ ਲੱਗਿਆ ਹੋਇਆ। ਇਹ ਸ਼ਮਿਆਨੇ ਨੂੰ ਦੇਖ ਕੇ ਬੜਾ ਹੈਰਾਨ ਹੋਇਆ ਤੇ ਮਨ ਹੀ ਮਨ ਦੇ ਵਿੱਚ ਖਿਆਲ ਆਇਆ ਵੀ ਇੱਕ ਦੁਨਿਆਵੀ ਬਾਦਸ਼ਾਹ ਜਿਸ ਨੇ ਆਪਣੇ ਭਰਾਵਾਂ ਦਾ ਕਤਲ ਕੀਤਾ, ਬਾਪੂ ਨੂੰ 8 ਸਾਲ ਇਹ ਆਗਰੇ ਦੇ ਕਿਲੇ ਵਿੱਚ ਕੈਦ ਕੀਤਾ ਤੇ ਇਹਦੇ ਉੱਤੇ ਇੰਨਾ ਮਹਿੰਗਾ ਸ਼ਮਿਆਨਾ ਸਜਿਆ ਹੋਇਆ। ਉਹ ਮੇਰਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਦੇ ਸੀਸ ਦੇ ਉੱਤੇ ਇਹਦੇ ਨਾਲੋਂ ਵੀ ਮਹਿੰਗੇ ਸ਼ਮਿਆਨੇ ਸਜਣੇ ਚਾਹੀਦੇ ਹੈ। ਇਹ ਸੋਚ ਲੈ ਕੇ ਵਾਪਸ ਅਫਗਾਨਿਸਤਾਨ ਦੀ ਧਰਤੀ ਤੇ ਗਿਆ ਤੇ ਉਸ ਵੇਲੇ ਸਾਰੀ ਸੰਗਤ ਨੂੰ ਸੇਵਾ ਵਾਸਤੇ ਆਖਿਆ ਵੀ ਗੁਰੂ ਮਹਾਰਾਜ ਜੀ ਦੇ ਲਈ ਸ਼ਮਿਆਨਾ ਤਿਆਰ ਕਰਨਾ। ਸਾਰੀ ਸੰਗਤ ਨੇ ਖੁੱਲ ਦਿਲ ਦੇ ਨਾਲ ਸੇਵਾ ਕੀਤੀ। ਬੜਾ ਮਹਿੰਗਾ ਸ਼ਮਿਆਨਾ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਸਤੇ ਤਿਆਰ ਕੀਤਾ ਗਿਆ ਤੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਮੂਹ ਸੰਗਤਾਂ ਉਹ ਸ਼ਮਿਆਨਾ ਲੈ ਕੇ ਚੜ੍ਹਾਉਣ ਵਾਸਤੇ ਆਈਆਂ। ਗੁਰੂ ਦੀਆਂ ਅਸੀਸਾਂ ਲੈ ਕੇ ਉਹ ਚਲੇ ਗਏ। ਰਾਜਾ ਰਤਨ ਰਾਏ ਅਸਾਮ ਦਾ ਇੱਕ ਰਾਜਾ, ਗੁਰੂ ਘਰ ਦਾ ਸ਼ਰਧਾਲੂ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਾਸਤੇ ਪ੍ਰਸ਼ਾਦੀ ਹਾਥੀ ਲੈ ਕੇ ਆਇਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੀਰ ਚਲਾਉਂਦੇ ਨੇ। ਇਹ ਤੀਰ ਚੁੱਕ ਕੇ ਲੈ ਕੇ ਆਉਂਦਾ। ਮੇਰੇ ਕਲਗੀਧਰ ਪਾਤਸ਼ਾਹ ਜੀ ਜਦੋਂ ਤਖਤ ਤੇ ਬਿਰਾਜਮਾਨ ਹੁੰਦੇ ਨੇ ਤੇ ਉਸ ਵੇਲੇ ਮਹਾਰਾਜ ਜੀ ਦੇ ਉੱਤੇ ਚੌਰ ਕਰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੇਰੇ ਕਿਰਪਾਲੂ ਦਾਤਾ, ਜਿਹਨੂੰ ਅਸੀਂ ਅੱਜ ਚਵਰ ਤਖਤ ਦੇ ਮਾਲਕ ਆਖਦੇ ਹਾਂ, ਆਓ ਉਸ ਮਹਾਨ ਦਾਤੇ ਦੀ ਬਖਸ਼ਿਸ਼ ਪਾਵਨ ਫਤਿਹ ਬੜੇ ਅਦਬ ਸਤਕਾਰ ਤੇ ਭਾਵਨਾ ਵਿੱਚ ਭਿੱਜ ਕੇ ਬੜੀ ਇਕਾਗਰਤਾ ਦਾ ਸਬੂਤ ਦਿੰਦਿਆਂ ਹੋਇਆਂ ਆਪ ਜਿੰਨੇ ਵੀ ਸੰਗਤ ਆ ਕੇ ਬੈਠੇ ਹੋ ਆਪਣੀਆਂ ਨਿੱਜੀ ਗੱਲਾਂ ਤੋਂ ਗੁਰੇਜ਼ ਕਰਦਿਆਂ ਹੋਇਆਂ ਗੁਰੂ ਮਹਾਰਾਜ ਜੀ ਦੀ ਗੱਲ ਸੁਣਨ ਦੀ ਆਪਾਂ ਕੋਸ਼ਿਸ਼ ਕਰਨੀ ਹੈ। ਤੇ ਬੇਅੰਤ ਮਾਨ ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ, ਸਾਡੇ ਵੀਰਾਂ ਵੱਲੋਂ ਬੇਅੰਤ ਮਾਇਆ ਦੇ ਗਫੇ ਭੇਟਾ ਕੀਤੇ ਜਾ ਰਹੇ ਨੇ। ਗੁਰੂ ਕਿਰਪਾ ਕਰਨ, ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਮੇਰੇ ਕਲਗੀਧਰ ਪਾਤਸ਼ਾਹ ਨੇ ਜਦੋਂ 1699 ਦੀ ਵਿਸਾਖੀ ਉਸ ਵੇਲੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ, 16 ਵਾਰ ਫਤਿਹ ਬੁਲਾਈ ਸੀ। ਆਓ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਪਾਵਨ ਫਤਿਹ ਬੜੇ ਅਦਬ ਸਤਕਾਰ ਤੇ ਭਾਵਨਾ ਦੇ ਵਿੱਚ ਭਿੱਜ ਕੇ ਆਪ ਸਮੂਹ ਸੰਗਤ ਨੇ ਫਤਿਹ ਦਾ ਜਵਾਬ ਫਤਿਹ ਦੇਣਾ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਰਾਜਾ ਰਤਨ ਰਾਏ ਬੜਾ ਸੋਹਣਾ ਹਾਥੀ ਲੈ ਕੇ ਆਇਆ। ਕਲਗੀਧਰ ਪਾਤਸ਼ਾਹ ਦੇ ਉੱਤੇ ਚੌਰ ਕਰਦਾ ਪਿਆ। ਇਧਰੋਂ ਰਾਜਾ ਭੀਮ ਚੰਦ ਨੇ ਆਪਣੇ ਪੁੱਤਰ ਦਾ ਵਿਆਹ ਰੱਖਿਆ, ਅਜਮੇਰ ਚੰਦ ਜਿਹਦਾ ਨਾਂ ਸੀ। ਇਹ ਅਜਮੇਰ ਚੰਦ ਜਿਹਦੇ ਬਾਪ ਦਾ ਨਾਮ ਹੈ ਭੀਮ ਚੰਦ, ਭੀਮ ਚੰਦ ਦੇ ਬਾਪ ਦਾ ਨਾਮ ਹੈ ਦੀਪ ਚੰਦ, ਦੀਪ ਚੰਦ ਦੇ ਬਾਪ ਦਾ ਨਾਮ ਹੈ ਤਾਰਾ ਚੰਦ ਤੇ ਤਾਰਾ ਚੰਦ ਉਹ ਹੈ ਜਿਹਨੂੰ ਛੇਵੇਂ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਛੁਡਵਾਇਆ ਸੀ। ਇਹ ਗੁਰੂ ਘਰ ਦੇ ਪਹਿਲਾਂ ਸੇਵਾਦਾਰ ਰਹੇ, ਪਰ ਅੱਜ ਰਾਜਾ ਭੀਮ ਚੰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਆਇਆ, ਸਤਿਗੁਰਾਂ ਦੇ ਉੱਤੇ ਚੌਰ ਕਰਦਾ ਪਿਆ। ਪ੍ਰਸ਼ਾਦੀ ਹਾਥੀ ਮਹਾਰਾਜ ਜੀ ਦੇ ਉੱਤੇ ਸ਼ਮਿਆਨਾ ਸਜਿਆ ਹੋਇਆ। ਇਹ ਰਾਜਾ ਭੀਮ ਚੰਦ ਦੇ ਅੰਦਰ ਇੱਕ ਹੰਕਾਰ ਆ ਗਿਆ, ਈਰਖਾ ਆ ਗਈ। ਉਹ ਰਾਜੇ ਅਸੀਂ ਕਹਾਉਂਦੇ ਆ, ਕਲਗੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਾਉਂਦੇ ਨੇ। ਉਹ ਰਾਜੇ ਅਸੀਂ ਅਖਵਾਉਂਦੇ ਆ, ਚੌਰ ਗੁਰੂ ਮਹਾਰਾਜ ਜੀ ਤੇ ਹਾਥੀ ਕਰਦੇ ਨੇ। ਉਹ ਰਾਜੇ ਅਸੀਂ ਅਖਵਾਉਂਦੇ ਆ, ਮਹਿੰਗੇ ਤੋਂ ਮਹਿੰਗੇ ਸ਼ਮਿਆਨੇ ਗੁਰੂ ਦੇ ਉੱਤੇ ਸਜਦੇ ਪਏ ਨੇ। ਮਨ ਦੇ ਵਿੱਚ ਖਿਆਲ ਆ ਗਿਆ ਵੀ ਕਿਉਂ ਨਾ ਗੁਰੂ ਦੇ ਕੋਲੋਂ ਇਹ ਚੀਜ਼ਾਂ ਮੈਂ ਖੋਹ ਲਵਾਂ, ਪਰ ਸਿੱਧੇ ਤੌਰ ਦੇ ਉੱਤੇ ਗੁਰੂ ਦੇ ਨਾਲ ਜੰਗ ਨਹੀਂ ਲੜ ਸਕਦਾ ਸੀ। ਉਸ ਨੇ ਇੱਕ ਚਾਲ ਖੇਡੀ ਕਿ ਸਤਿਗੁਰ ਜੀ, ਮੇਰੇ ਪੁੱਤਰ ਅਜਮੇਰ ਚੰਦ ਦੀ ਸ਼ਾਦੀ ਹੈ ਤੇ ਜੇਕਰ ਤੁਸੀਂ ਇਹ ਮੈਨੂੰ ਸ਼ਮਿਆਨਾ ਦੇ ਦੇਵੋ, ਜਦੋਂ ਸਾਡੇ ਉੱਤੇ ਸ਼ਮਿਆਨਾ ਸਜੇਗਾ ਕੁੜਮਾਚਾਰੀ ਵਿੱਚ ਸਾਡੀ ਬੜੀ ਇੱਜ਼ਤ ਹੋਵੇਗੀ। ਦੂਸਰਾ, ਸਾਨੂੰ ਇਹ ਪ੍ਰਸ਼ਾਦੀ ਹਾਥੀ ਦੇ ਦੇਵੋ। ਮੇਰੇ ਸਤਿਗੁਰ ਜੀ ਕਹਿਣ ਲੱਗੇ, ਪਿਆਰਿਓ, ਅਗਰ ਮੇਰੀ ਕੋਈ ਚੀਜ਼ ਆਪਣੀ ਹੁੰਦੀ
मैं तुहानू दे दिंदा। संगत ने प्रसादी हाथी भेटा किया, संगत ने शमियाना अर्पण किया। ते संगत दा ये मन विच सोच हुंदी है भी जो कुछ भी असी गुरु के चरणों के विच अर्पण किया जे ये गुरु महाराज जी के सन्मुख ही सेवा च लगना चाहिए। उस वेले महाराज कहणगे कुछ होर मंग लवो मिल जाएगा, पर ये दोनों चीज़ां तुहानू असी दे नहीं सकते। ते राजा भीम चंद का ख्याल सी एक बारी मंग के दोनों चीज़ां लै जावांगा, मुड़ के गुरु जी मंगणगे तो जंग शुरू कर देवांगे। पर मेरे सतगुरु जी घट घट के अंतर की जानत, भले बुरे की पीर पछानत, चिंटी ते कुंचर अस्थुला, सापा कृपा दृष्ट कर फुला। और मेरे सतगुरु जी तक घट घट दे हिरदे दी जानन वाले ने। मेरे सतगुरुआं ने जदों जवाब दे दिता, राजा भीम चंद सड़ बल के सुआह हो गया। कुछ चिरां बाद इहदे पुत्र दी बरात लंघनी है। इन्हें सोच बनाई भी असी सारे दे सारे राजे इकट्ठर होके धन गुरु गोबिंद सिंह महाराज जी दे उत्ते हमला करांगे, पौंटा साहब की धरती नूं उजाड़ के रख देवांगे। कह लगे असी इत्थों दी बरात लैके लंघना। मेरे सतगुरां ने जवाब दे दिता भी तुहाडे वर्गे राजियां दे उत्ते भरोसा नहीं किया जा सकदा। एवें खाधी पीती दे विच तुसी लोकी जेड़ा कलेश कर देवो, लड़ाई कर देवो। जे तुहाडा पुत्र अजमेर चंद और ओदे जिन्ने भी नाल दे कुछ साथी ने वो तो इस धरती तो लंघ सकते, पर पूरी दी पूरी बरात असी हज़ारां बंदियां दी लंघन नहीं देवांगे। ये सड़ बल के सुआह हो गए। इन्होंने उस वेले धन गुरु गोबिंद सिंह महाराज जी दे कीड़ा कड्ढण दे लई सलाह बना दी। कलगीधर पातशाह जी ने उस वेले भाई नंद चंद जेड़े सन उन्हां दे राही भाई दया राम पुरोहित, भाई नंद चंद, भाई मनी सिंह वर्गियां दे हथ विच तंबोल भेजिया शादी वास्ते। इन्हां लोकां ने तंबोल लुट लिया ते गुरु गोबिंद सिंह महाराज जी दे सिखां नूं मारन दी कोशिश की। गुरु दा खालसा किसी तरीके नाल लड़दा होया अपनी जान बचा के गुरु दे कोल आ गया पौंटा साहब दी धरती ते। मेरे कलगीधर पातशाह नूं बेनती की, दातार पहाड़ी राजे जिन्हां दे दादियां परदादियां नूं आप जी दे दादियां परदादियां ने गवालियर दे किले विचों छुडवाया सी, ओ हुण तुहाडे वैरी बन चुके ने। धन गुरु गोबिंद सिंह सच्चे पातशाह कृपालू दाता जी कह लगे, सिंघो मेरे प्यारिओ तैयार हो जाओ तुसी भी, क्योंकि पहाड़ी राजे हुण साडे ते हमला करन वाले ने। इधरों गुरु महाराज सच्चे पातशाह जी उस वेले उन्हां दे विच जेड़े 500 पठान पीर बुद्धू शाह ने भर्ती कराए सी, ये राजा हरी चंद ने जेड़ा अपने वाले पासे कर लिया। उन्होंने लालच दिते ने, उन्होंने कई तरह के लालच दे के अपने वाले पासे कर लिया। जेड़े उदासी साधु गुरु घर विच तिन्ने टाइम प्रसादा छकदे सी, जदों गुरु महाराज जी ते भीड़ बनी है, जेले हमला हो लगा ये भी उदासी सारे दे सारे भज गए। एक महंत कृपाल चंद उदासी जेड़ा है, ख्याल करना गुरु खालसा जी, उस वेले गुरु महाराज जी की हजूरी विच रहा। 500 पठाना विचों 100 पठाना का सरदार काले खां ये भी गुरु महाराज जी की हजूरी विच रहा। बाकी दे बाकी जिन्ने भी पठान सी दिलावर खान वर्गे ये सारे दे सारे भज गए। हयात खान वर्गे ये भी पहाड़ी राजियां दे नाल रल गए। ते उस वेले राजा भीम चंद, राजा अजमेर चंद, राजा हरी चंद होर पता नहीं किन्ने क नंग कट्ठे होके धन गुरु गोबिंद सिंह महाराज सच्चे पातशाह दे उत्ते हमला कर लगे ने। मेरे सतगुरां ने पौंटा साहब की धरती तो 11 किलोमीटर दूर पंगाणी पिंड दे कोल ओ इलाका चुनिया जिथे इन्हां पहाड़ी राजियां दे नाल हमला किया जावे। एक मैं बेनती कर देवां गुरमुखो, धन गुरु गोबिंद सिंह महाराज जी दे 5 भरा गुरु हरिगोबिंद पातशाह जी दे 5 साहबजादे सन ते एक उन्हां दी बेटी है बीबी बीरो। बीबी बीरो रिश्ते विच गुरु गोबिंद सिंह महाराज जी दे भूआ लगदे ने ते बीबी बीरो जी दे 5 जेड़े पुत्र ने, जिन्हां दे विचों संगो शाह, जीतमल, गुलाब राय, माड़ी चंद ते गंगा राम
ਇਹ ਪੰਜ ਭਰਾ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਭੂਆ ਦੇ ਪੁੱਤਰ, ਇਹ ਵੀ ਸਤਿਗੁਰਾਂ ਦੇ ਨਾਲ ਖੜੇ ਨੇ। ਤੇ ਮੈਂ ਬੇਨਤੀ ਕਰ ਦੇਵਾਂ ਗੁਰਮੁਖੋ, ਅੱਜ ਮੈਂ ਆਪਣੇ ਸਿੱਖ ਬੱਚਿਆਂ ਕੋਲੋਂ ਪੁੱਛ ਲਵਾਂ ਕਿ ਸ੍ਰੀ ਰਾਮਚੰਦਰ ਜੀ ਦੀ ਪਤਨੀ ਦਾ ਕੀ ਨਾਂ ਸੀ? ਇਹ ਸਾਰੇ ਦੇ ਸਾਰੇ ਦੱਸ ਦੇਣਗੇ ਉਹਦਾ ਨਾਂ ਸੀਤਾ ਸੀ। ਜੇ ਮੈਂ ਇਹਨਾਂ ਬੱਚਿਆਂ ਕੋਲੋਂ ਪੁੱਛ ਲਵਾਂ ਪੰਜ ਪਾਂਡਵਾਂ ਦੇ ਕੀ ਨਾਂ ਨੇ, ਇਹ ਵੀ ਪੰਜਾਂ ਪਾਂਡਵਾਂ ਦੇ ਨਾਂ ਦੱਸ ਦੇਣਗੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਭਰਾ ਜਿਹੜੇ ਗੁਰੂ ਦੀਆਂ ਅਸੀਸਾਂ ਲੈਣ ਦੀ ਖਾਤਰ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਵਿੱਚ ਨਿਸ਼ਾਵਰ ਕਰਦੇ ਪਏ ਨੇ, ਉਹਨਾਂ ਪੰਜ ਭਰਾਵਾਂ ਦੇ ਨਾਂ ਦਾ ਨਹੀਂ ਪਤਾ ਹੋਵੇਗਾ ਵੀ ਸੰਗੋ ਸ਼ਾਹ, ਜੀਤਮਲ, ਗੁਲਾਬ ਰਾਏ, ਗੰਗਾ ਰਾਮ, ਮਾੜੀ ਚੰਦ ਵਰਗੇ ਗੁਰੂ ਮਹਾਰਾਜ ਜੀ ਦੇ ਉਹ ਮਹਾਨ ਭਰਾ ਭੂਆ ਦੇ ਪੁੱਤਰ, ਇਹ ਵੀ ਇਸ ਭੰਗਾਣੀ ਦੇ ਜੰਗ ਵਿੱਚ ਲੜਦੇ ਪਏ ਨੇ। ਦੋਨੋਂ ਪਾਸੇ ਦੀਆਂ ਫੌਜਾਂ ਆਮੋ ਸਾਹਮਣੇ ਹੋ ਗਈਆਂ। ਇੱਕ ਪਾਸੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਰਪਾਲੂ ਦਾਤਾ ਆਪਣੇ ਪਿਆਰੇ ਵੱਡੇ ਭਰਾ ਸੰਗੋ ਸ਼ਾਹ ਨੂੰ ਕਮਾਂਡ ਸੌਂਪਦੇ ਨੇ ਵੀ ਜੰਗ ਦੀ ਕਮਾਨ ਤੁਸੀਂ ਸੰਭਾਲਣੀ ਹੈ। ਦੂਜੇ ਪਾਸੇ ਰਾਜਾ ਹਰੀ ਚੰਦ ਜਿਹੜਾ ਹੈ, ਉਸ ਵੇਲੇ ਪੁੱਛਦਾ ਹਯਾਤ ਖਾਨ ਨੂੰ ਵੀ ਹਯਾਤ ਖਾਨ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਰਨ ਵਿੱਚ ਰਹੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਗੁਰੂ ਗੋਬਿੰਦ ਸਿੰਘ ਜੀ ਤੋਂ ਕਿੰਨੇ ਕੁ ਸੂਰਮੇ ਨੇ, ਕਿੰਨੇ ਕੁ ਬਹਾਦਰ ਨੇ, ਕਿੰਨੇ ਕੁ ਤਲਵਾਰ ਚਲਾਉਣ ਵਾਲੇ ਨੇ, ਕਿੰਨੇ ਕੁ ਤੀਰ ਕਮਾਨ ਚਲਾਉਣ ਵਾਲੇ ਨੇ, ਕਿੰਨੇ ਕੁ ਜੰਗਾਂ 'ਚ ਜੂਝਣ ਵਾਲੇ ਨੇ। ਤਾਂ ਹਯਾਤ ਖਾਨ ਨੇ ਕਹਿ ਦਿੱਤਾ ਸੀ, ਐ ਰਾਜਾ ਤੁਸੀਂ ਕਿਹੜੇ ਸੂਰਮਿਆਂ ਦੀਆਂ ਗੱਲਾਂ ਕਰਦੇ ਹੋ? ਇਹ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਸੂਰਮੇ ਤਾਂ ਹੈ ਕੋਈ ਨਹੀਂ। ਆਪ ਹੀ ਪ੍ਰਸ਼ਾਦਾ ਤਿਆਰ ਕਰਦੇ ਨੇ, ਆਪ ਹੀ ਭੋਗ ਲਾ ਦਿੰਦੇ ਨੇ, ਆਪ ਹੀ ਛਕ ਲੈਂਦੇ ਨੇ, ਸਵੇਰੇ ਸ਼ਾਮੀ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਨੇ। ਉਹ ਇਹਨਾਂ ਦੇ ਹੱਥਾਂ 'ਚ ਤਲਵਾਰਾਂ ਮੈਂ ਕਦੀ ਦੇਖੀਆਂ ਹੀ ਨਹੀਂ, ਇਹ ਸਾਡੇ ਨਾਲ ਕੀ ਮੁਕਾਬਲਾ ਕਰਨਗੇ? ਰਾਜਾ ਹਰੀ ਚੰਦ ਕਹਿੰਦਾ, ਵਾਹ ਕਿਆ ਬਾਤ ਹੈ। ਦੋਨੋਂ ਪਾਸੇ ਦੇ ਸੂਰਮੇ ਆਮੋ ਸਾਹਮਣੇ ਜੰਗ ਦੇ ਮੈਦਾਨ ਵਿੱਚ ਆ ਕੇ ਖੜੇ ਹੋ ਜਾਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਨਮੁਖ ਸੰਗੋ ਸ਼ਾਹ ਆ ਕੇ ਬੇਨਤੀ ਕਰਦਾ, ਸਤਿਗੁਰੂ ਜੀ ਜੰਗ ਵਿੱਚ ਜੂਝਣ ਦਾ ਸਾਨੂੰ ਜਿਹੜਾ ਬਲ ਬਖਸ਼ੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਸੀਸ ਦਿੰਦੇ ਨੇ ਸੰਗੋ ਸ਼ਾਹ ਨੂੰ। ਸੰਗੋ ਸ਼ਾਹ, ਕੁੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘਾਂ ਦੀ ਗਿਣਤੀ 2000 ਦੇ ਕਰੀਬ ਹੈ ਜੀ। 2000 ਦੇ ਕਰੀਬ ਗੁਰੂ ਮਹਾਰਾਜ ਜੀ ਦੀ ਟੋਟਲ ਫੌਜ ਹੈ। ਤੇ ਪਹਾੜੀ ਰਾਜਿਆਂ ਵਿੱਚ 400 ਤਾਂ ਪਠਾਣੀ ਜਿਹੜੇ ਗੁਰੂ ਜੀ ਤੋਂ ਭੱਜ ਕੇ ਗਏ। ਬਾਕੀ ਪਹਾੜੀ ਰਾਜੇ ਜਿੰਨੇ ਵੀ 22 ਧਾਰ ਦੇ ਰਾਜੇ ਨੇ, ਰਾਜਾ ਮੇਦਨ ਪ੍ਰਕਾਸ਼ ਨੂੰ ਛੱਡ ਕੇ ਔਰ 21 ਰਾਜੇ ਪਹਾੜੀ ਤੇ ਨਾਲ 400 ਪਠਾਨ, ਕੁੱਲ ਮਿਲਾ ਕੇ ਉਹਨਾਂ ਦੀ ਗਿਣਤੀ 12000 ਤੋਂ ਲੈ ਕੇ 15000 ਤੱਕ ਦੀ ਗਿਣਤੀ ਹੈ। ਹੁਣ ਤੁਸੀਂ ਅੰਦਾਜ਼ਾ ਲਗਾ ਲਵੋ ਮੇਰੇ ਕਲਗੀਧਰ ਪਾਤਸ਼ਾਹ ਦਾ ਕਿੱਡਾ ਕੁ ਵੱਡਾ ਜਿਗਰਾ। ਪਹਿਲੀ ਹੀ ਜੰਗ ਹੁੰਦੀ ਪਈ ਹੈ, ਅਗਰ ਪਹਿਲੀ ਜੰਗ ਹੀ ਕੋਈ ਇਨਸਾਨ ਹਾਰ ਜਾਵੇ ਨਾ ਤੇ ਖਿਆਲ ਕਰਨਾ ਉਸ ਵੇਲੇ ਸਭ ਦਾ ਮਨੋਬਲ ਟੁੱਟ ਜਾਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਾਹੁੰਦੇ ਨੇ ਵੀ ਜਿਵੇਂ ਕਿਵੇਂ ਵੀ ਹੋਵੇ ਅਸੀਂ ਆਪਣੇ ਸਿੰਘਾਂ ਦਾ, ਆਪਣੇ ਸਿੱਖਾਂ ਦਾ ਮਨੋਬਲ ਟੁੱਟਣ ਨਹੀਂ ਦੇਣਾ। ਇੱਥੇ ਮੈਂ ਬੇਨਤੀ ਕਰ ਦੇਵਾਂ, ਖਾਲਸਾ ਪੰਥ ਦੀ ਅਜੇ ਸਿਰਜਣਾ ਨਹੀਂ ਹੋਈ ਹੈ, ਪਰ ਮੇਰੇ ਮੁਖ ਵਿੱਚੋਂ ਬਾਰ-ਬਾਰ ਸਿੰਘ ਲਫ਼ਜ਼ ਵਰਤਦਾ ਪਿਆ ਕਿਉਂਕਿ ਮੂੰਹ ਦੇ ਉੱਤੇ ਸਿੰਘ ਲਫ਼ਜ਼ ਚੜਿਆ ਹੋਇਆ ਹੈ। ਇਸ ਲਈ ਇਸ ਗੈਪ ਨੂੰ ਯਾਦ ਰੱਖਣਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹਦੇ ਖਾਲਸੇ ਦੀ, ਇਹ ਗੁਰੂ ਮਹਾਰਾਜ ਜੀ ਦੇ ਸਿੱਖਾਂ ਦੀ ਜਿਹੜੀ ਗਿਣਤੀ ਹੈ ਉਹ 2000 ਦੇ ਕਰੀਬ ਨੇ। ਤੇ ਇਹ ਜਿਹੜੇ ਪਹਾੜੀ ਰਾਜੇ ਨੇ ਇਹਨਾਂ ਦੀ ਗਿਣਤੀ 12000 ਤੋਂ ਲੈ ਕੇ 15000 ਦੇ ਕਰੀਬ। ਤੇ ਜਦੋਂ ਪੁੱਛਿਆ ਗਿਆ ਹਯਾਤ ਖਾਨ ਗੁਰੂ ਗੋਬਿੰਦ ਸਿੰਘ ਦੇ ਸੂਰਮੇ ਕਿਹੋ ਜਿਹੇ ਨੇ, ਕਹਿੰਦੇ ਜੀ ਕੁਛ ਨਹੀਂ, ਆਪ ਹੀ ਲੰਗਰ ਬਣਾ ਲੈਂਦੇ, ਆਪ ਹੀ ਪਕਾ ਲੈਂਦੇ, ਆਪ ਹੀ ਛਕਾ ਲੈਂਦੇ, ਆਪ ਹੀ ਭੋਗ ਲਾ ਲੈਂਦੇ, ਆਪ ਹੀ ਛਕ ਲੈਂਦੇ ਨੇ। ਇਹਨਾਂ ਦੇ ਵਿੱਚੋਂ ਸਾਡੇ ਨਾਲ ਮੁਕਾਬਲਾ ਕਰਨ ਵਾਲਾ ਸੂਰਮਾ ਕੋਈ ਵੀ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਰਾਜਾ ਭੀਮ ਚੰਦ ਜੀ ਇਹ ਹਮਲਾ ਕਰਦਾ ਹੈ। ਰਾਜਾ ਭੀਮ ਚੰਦ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿਰਪਾਲੂ ਦਾਤਾ ਜੀ ਦਾ ਵੱਡਾ ਸੂਰਮਾ, ਇਹ ਜਿਹੜਾ ਸੰਗੋ ਸ਼ਾਹ, ਇਹ ਆਪਣੀ ਫੌਜ ਨੂੰ ਲੈ ਕੇ ਵਾਹੋ ਦਾਹੀ ਭੱਜਦਾ ਹੋਇਆ ਜੰਗ ਦੇ ਮੈਦਾਨ ਵਿੱਚ ਜਾ ਕੇ
गुरु महाराज जी के सन्मुख जूझदा होया शहादत का जाम पी जाता है। उस तो बाद गुरु घर का महान श्रद्धालु जीतमल गुरु गोबिंद सिंह महाराज जी का दूसरा भूआ का पुत्र भरा उस वेले यह भी जंग के मैदान में जाता, यह भी आहू लांदा होया राजा हरीचंद दे नाल लड़दा होया यह भी शहादत का जाम पी जाता। जदों गुरु महाराज सच्चे पातशाह के दो महान जरनैल दो सके भरा गुरु महाराज जी के सन्मुख लड़ के शहादत का जाम पी जाते ने, उस वेले वो जेडे पठान सी कहन लगे राजन थोड़ा जिहा होर हमला अगे मारो, साडी जिद परकी है, साडे सामने गुरु गोबिंद सिंह दे सूरमे अटक नहीं सकणगे। उस वेले धन गुरु गोबिंद सिंह महाराज जी दे सन्मुख गुरु दा सिख भाई लाल चंद आया। यह भाई लाल चंद जेड़ा सी ये गुरु महाराज सच्चे पातशाह दियां मझियां चराउंदा सी, ये तंबेले नूं संभालदा सी, ये तबेले दे घोड़ियां नूं संभालदा सी। ਇਹਦਾ ਕੰਮ ਕੀ ਸੀ? सारा दिन पट्ठे ਵੱਢਣੇ दातरी लैके सारा दिन घाह इकट्ठा करना ते गुरु महाराज जी का जिन्ना भी माल डंगर है सारिਆਂ ਨੂੰ उस वेले एक घाह पट्ठा पाया करदा सी। ਇਹਦਾ ਨਾਂ ਸੀ भाई नंद माही, नंद चंद माही जेड़ा गुरु महाराज सच्चे पातशाह जी का एक गुरु का प्यारा लाल चंद माही उस वेले गुरु महाराज जी की असीस लैके जंग के मैदान में चला। गुरु कलगीधर पातशाह ने तलवार पकड़ाई। ये जेड़ा गुरु महाराज जी का सूरमा इको ही अरदास करदा कलगियां वालिया अज तक हाथ में प्रैणी लैके पशुओं नूं चरांदे रहे हैं, अज ये तेरा लाल चंद जिहड़ा जंग के मैदान में जा रहा, सतगुरु जी मेरे ते असीस बख्शो कि मैं जंग दे विच जाके जूझ सकां। उन्हें ये नहीं कहा कि मैं लड़ सकां, उन्हें ये नहीं कहा मैं जित सकां, वो सिर्फ इको अरदास करदा कि मैं जंग के मैदान में जूझ सकां। खालसे का मंतव ही यही है, असी जंगां विच जूझना चाहुंदे हां, मालका जित हार तां तेरे हथ विच है। ख्याल करना साडा काम है जूझना, जित ते हार उस मालक दे छड्ड देवो। महाराज ने असीस दिती उस लाल चंद माही नूं मज्जियां चराण वालियां नूं एक तलवार दिती, कहंदा सूरमिया जिस पासे जावेगा जिधर वार करेगा तेरे अगे कोई सामने सूरमा खड़ा नहीं हो सकेगा। ये लाल चंद माही मज्जियां चराण वाला गुरु दियां असीसां लैके पहुंचिया उस वेले जंग दे मैदान दे विच देखदियां देखदियां दुश्मनां दे आहू लांदियां ये शहादत का जाम पी जाता। इस तो बाद जदों गुरु महाराज जी का यह सूरमा जंग के मैदान में लड़ता पिया, इनू देख के गुरु घर का हलवाई ओदा नाम भी लाल चंद ही इतिहास में लिखिया होया। ये लाल चंद हलवाई महाराज जी की असीस लैके कह लगा सतगुरु मेरे ते भी कृपा करो, जे लाल चंद माही इस जंग में लड़ सकता ते लाल चंद हलवाई क्यों नहीं लड़ सकता। गुरु महाराज सच्चे पातशाह कह लगे ए लाल चंद हलवाई केड़ा शस्त्र तेनू दईए, ढाल चाहिए, कमान चाहिए, तीर चाहिए, किरपान चाहिए। कहंदा महाराज जी तुहाडी बख्शिश दे नाल आ बड़ा कड़छा जिहड़ा मेरे कोल है जिहदे नाल मैं लंगर बनाउणा यही बड़ा तुहाडियां असीसां चाहिदियां ने। उस वेले लाल चंद हलवाई हाथ विच लैके मोटा कड़छा गया जंग के मैदान विच, ऐसा उन्होंने उल्टा सीधा जा करके घुमाया, कई दुश्मनों नूं मारदा होया जंग के मैदान विच लिटा के उन्होंने धरती ते ओ जिहड़े पठान आखदे सी गुरु गोबिंद सिंह महाराज जी के घर विच माही ते हलवाई इकट्ठे किए हुए ने, ये तो लंगर बनाने तो बिना कुछ जानते नहीं। जदों उसने करसा घुमाया उस वेले जा अल्लाह तौबा अल्लाह करदे सारे दे सारे पिछे भज गए। धन गुरु गोबिंद सिंह महाराज जी का सूरमा मैदान मार के यह भी गुरु के चरणों में आ गया। तो मैं कलगियां वालिया धन तेरा जिगरा ते धन तेरे महान सूरमे
कलगीधर पातशाह जी दे इन्हां दोनां सूरमिਆਂ ਨੂੰ ਲੜਦਿਆਂ देख के महंत किरपाल चंद उदासी कवि संतोख सिंह चूड़ामणी लिखते ने, जटा जूट सिर दे उत्ते जटावां रखियां होइयां, मोटा जिहा ओहदा ढिड सी। ਉਹ गुरु महाराज जी के चरणों विच मोटा घोटना लैके भंग भुंग मलदा रहिंदा सी। भंग वाला कुतक भंग वाला घोटना सदा ਉਹਦੇ कोल रहिंदा सी। गुरु गोबिंद सिंह महाराज जी दे कोल आके बेनती कर लगा, महाराज मेरे ते भी कृपा करो, मैं भी जंग दे मैदान विच लड़ना चाहुंदा। गुरु महाराज सच्चे पातशाह कहंदे शस्त्र किहड़ा चलावेगा? कहंदा महाराज तुहाडी कृपा दे नाल तुहाडे घर विच रह के बड़ी भंग घोट के पीती है, सुखना घोटना मेरे कोल है, तुसी असीस बख्शो, एक घोड़ा बख्शो, मैं भी जंग दे मैदान विच जाके लड़ना चाहुंदा। कहंदे उस वेले जदों महंत किरपाल चंद उदासी हथ विच लैके घोटना घोड़े ते सवार होके जटा जूट जंग दे मैदान विच भज्जिया जा रहा, हयात खान ने राजा हरी चंद नूं आख्या, राजा कैसा समा आ गया, ਉਹ ਸਾਡੇ वर्गे योद्धिਆਂ ਨੂੰ इन्हां महंतां दे नाल लड़ना पै रहा, ਉਹ ਸਾਡੇ वर्गे जरनैलां ਨੂੰ इन्हां साधुआं दे नाल लड़ना पै रहा। कहंदा फिर कोई गल नहीं, जे ये आ ही गए है जंग दे मैदान विच, इनू दस दिया भी हयात खान कौन है। हयात खान, हयात का मतलब हुंदा जीवन, ध्यान देना, हयात का मतलब हुंदा जीवन, पर यदि अज मौत बाजा मारदी पई, ये भी घोड़े ते सवार होके महंत किरपाल चंद उदासी दे सामने आ गया। कहन लगा, ओए नांगड़िया साधा इथों भज जाओ, तेरी मैं जान बख्शी कर दिना, तेरे नाल लड़ना मेरे लिए कोई शोभा दा काम नहीं। और लोकी की कहणगे, हयात खान वर्गे योद्धे अज नांगड़े भंगड़े इन्हां साधा दे नाल लड़दे पए ने। ते उस हयात खान दे जदों बोल सुने, महंत किरपाल चंद उदासी हाथ विच घोटना लैके कहंदा, ओ वड्डिया सूरमिया, तू सूरमा होवेगा, तू अपने उस्तादां कोल बल सिੱਖਿਆ होवेगा लड़न दा, पर मैं बल अपने गुरु गोबिंद सिंह दा लैके आया। आखो सतनाम श्री वाहिगुरु। जिन्होंने अपने गुरु की टेक रखी है, जिन्होंने अपने गुरु के चरणों च अरदासा किया, जिन्होंने अपने गुरु ते भरोसा किया, कहंदा, ओ वड्डिया सूरमा, तू बल सिੱਖਿਆ होवेगा अपने उस्तादां दे कोलों, पर मैं गुरु गोबिंद सिंह की असीस लैके आया, मैं गुरु गोबिंद सिंह के चरणों विच अरदास करके आया। सामने आ मैदान विच कहंदे ने हयात खान ने जोर दे नाल एक वार किया तलवार दे नाल, इसने अपने घोटने दे नाल उस वेले हयात खान दे वार नूं रोकिया, इन्हें अपना घोटना मारिया, ओहदे सिर दे विच जाके जदों बजा धरती ते पुआंटियां खा के डिगिया ने घोड़े दे उत्तों छाल मार दी है। उस वेले हयात खान ने दोनों पैर जोड़ के, दोनों हाथ जोड़ के हाथ विच फड़िया होया घोटना ते कहन लगा, हयात खान तैयार हो जा, ओ गुरु गोबिंद सिंह दियां सीसा लैके आया, ओहदे सिर दे विच ऐसा पुआ के मारिया घोटना, लहू लुहान होके हाय अम्मा करदा जदों धरती ते डिगन लगा। ते अग्यों महंत किरपाल चंद उदासी कहन लगा, ओए अम्मा नू याद ना कर, तू हुण अल्लाह नू याद कर, क्योंकि ये तेरी आखिरी लड़ाई है। कहंदे ने हयात खान दा सिर जदों पाड़ के सुटिया धरती दे उत्ते, गुरु गोबिंद सिंह महाराज आप ये गल लिखते ने 10वें ग्रंथ के अंदर। कहंदे ने हयात खान दा सिर इवें फटिया जिवें वृंदावन दे विच, जिवें मथुरा दे विच श्री कृष्ण जी मटकी फोड़िया करदे सी मक्खन दी। कहंदे इवें सारी दी सारी मिज ओदी बाहर निकल आई। गुरु महाराज जी दियां असीसां लैके ये महंत किरपाल चंद उदासी जिहड़ा है, ये भी जंग दे मैदान विच लड़दा पिया। जदों अपने सूरमियां नूं मरदियां होयां तकिया, हरी चंद जिहड़ा वो आप मैदान विच आया, गुरु गोबिंद सिंह नूं ललकारन लगा। कहंदे हरी चंद राजा बड़ा योद्धा सी, कहंदे अखां बंद करके, ये अखां बंद करके भी निशाना लगा लैंदा सी, शब्द वेदक तीर इनू चलाना आंदा सी, ਇਹਦਾ तीर कदी खाली नहीं जाया करता सी। इन कई जंगां विच हिस्सा लिया होया सी।
अज हरी चंद जदों आया गुस्से विच आके मेरे कलगीधर पातशाह जी आप ये बचन बयान करते ने। हरी चंद कोपियो कहते हरी चंद जेड़ा हंकार दे विच आ गया, क्रोध दे विच आ गया। हरी चंद कोपियो कमानंग संभारंग प्रथम बाजियं तान बानंग प्रहारंग। कहते हरी चंद क्रोध विच आया, उसने पहला तीर चाढ़िया अपनी कमान उत्ते। गुरु गोबिंद सिंह सच्चे पातशाह दे वल नूं तीर मार के कह लगा, गुरु गोबिंद सिंह होशियार हो जाओ, मेरा तीर तुहाडे वल आ रहा। मेरे सतगुरु सच्चे पातशाह जी दे घोड़े ने अगलियां दोनों उपर नूं लत्तां चुकियां। कहंदे ओ तीर जेड़ा सी घोड़े दी काठी विच आके बजा। गुरु गोबिंद सिंह कहन लगे, ए हरी चंद राजा, मैनू तेरे ते ए बिल्कुल भी इस तरीके दे नाल मैं तेरे बारे नहीं सोचिया सी। तेरे वर्गा योद्धा होवे ते काठे दियां घोड़ियां दे घोड़े दियां काठियां दे उत्ते तीर चलांदा होवे, और सूरमिया तेरे कोले उम्मीद नहीं है मैनू। तू दूसरा वार कर लै, किते दिल दियां रीझां दिल विच ही ना रह जान। उस वेले दूजा तीर मारिया। धन गुरु गोबिंद सिंह सच्चे पातशाह दे पूरे चेहरे का निशाना बन के जदों इसने तीर मारिया, धन गुरु गोबिंद सिंह सच्चे पातशाह जी का घोड़ा हिल जाता, महाराज जी के कन्न दे नालों छो के दूसरा तीर दस्तार दे नालों छो के लंघ जाता। गुरु गोबिंद सिंह महाराज कहन लगे, हरी चंद राजा, ओ तैनू की हो गया? तेरे वर्गे योद्धे तो सानू उम्मीद नहीं, तेरा दूसरा वार भी खाली चला गया। जा असी एक मौका तेनू होर दिन्ने आ। कहंदे उसने गुस्से विच आके तीसरा तीर जदों मारिया, सतगुरु जी दे पेट दा धुन्नी दा नाभि दा निशाना लगा के उसने जदों तीर मारिया, आखिर वो भी निशानेबाज सी, आखिर वो भी योद्धा सी, आखिर उन्हें भी उस्तादां दी मार खाधी सी। तीसरा तीर गुरु महाराज जी की धुन्नी दे उत्ते जिहड़ी पेटी है, उस पेटी दे उत्ते आके तीर बजा। धन गुरु गोबिंद सिंह सच्चे पातशाह की पेटी दे नाल टकरा के तीर मेरे सतगुरां दी धुन्नी दे कोल पेट दे विच आके बजा। चुबी चिच चरमंग कशु घाव न आयंग। महाराज कहंदे उस तीसरे तीर दी चुंझ साडे शरीर दे नाल टच की होई, एक फुहार जी विचों निकली है खून दी। जदों महाराज सच्चे पातशाह दा खून लगा हरी चंद दे तीर दे नाल, फिर उस वेले मेरे कलगीधर पातशाह कहन लगे, सजना तेरे तीर हुण साडे खून दे नाल टच हो चुके ने, तीन तैनू असी मौके भी दे दिते ने, तू 3 वार साडे ते कीते ने, हुण सजना एक वार साडा भी होण लगा। मेरे कलगीधर पातशाह जी आप फरमान करदे ने, कहंदे उस वेले जबे बाण लाग्यो तवै रोस जाग्यो, करन लै कमानंग हनंग बाण तानंग। मेरे सतगुरां ने अपनी कमान नूं संभालिया, चढ़ाया ओदे ते तीर। हरी चंद राजे नूं कह लगे, सजना जे बच सकदा ते अपने रब नूं याद कर लै, जे बच सकदा ते अपने खुदा नूं याद कर लै, पर मैनू उम्मीद है कि रब भी तेरा हुण साथ नहीं देवेगा। कलगीधर पातशाह जी ने जदों तीसरा तीर चलाया ते उस वेले गुरमुखो इक्को तीर उहदी धौन दे विच बजा ते राजा हरी चंद जिहड़ा पुआंटनियां खा के जंग दे मैदान दे विच जदों डिगया, रौला पै गया, हरी चंद मारिया गया। हरी चंद मारिया गया जिहड़ा हरी चंद कहंदा सी मैं गुरु गोबिंद सिंह दा सीस वढ के लियावांगा, हरी चंद भी उस वेले मारिया जांदा। इधरों पीर बुद्धू शाह 700 मरीदां नूं नाल लैके, अपने 4 पुत्रां नूं नाल लैके, 2 भरावां नूं लैके जंग दे मैदान विच पहुंच गया। इधरों गुरु गोबिंद सिंह जी दा एक सिख तरखान सी भाई तलोका, यह भी तोप लैके पहुंच गया। इस माई दे बच्चे ने उच्ची जगह ते रख के तोप 2 जदों गोले चलाए, उस वेले राजा भीम चंद कहन लगा, तुसी तां कहंदे सी गुरु गोबिंद सिंह दी फौज कोई नहीं, और तुसी तां आखदे सी भी गुरु गोबिंद सिंह दे जिहड़े प्यारे ने ये तां लंगर छकदे ते छकाउंदे ने, आ तोपां कित्थों आ गईयां, ये तोपां दी गड़गज कित्थों पैंदी पई? भाई तलोपे ने
ਤੇ ਲੋਕੇ ਨੇ ਜਦੋਂ ਤੋਪ ਦਾ ਗੋਲਾ ਚਲਾਇਆ, ਪਹਾੜੀ ਰਾਜਿਆਂ ਵਿੱਚ ਭਾਜੜਾਂ ਪੈ ਗਈਆਂ, ਉਹਨਾਂ ਦੀ ਫੌਜ ਭੱਜਣ ਨੂੰ ਤਿਆਰ ਹੋ ਗਈ। ਇਧਰੋਂ ਪੀਰ ਬੁੱਧੂ ਸ਼ਾਹ ਆਪਣੇ 700 ਮਰੀਦਾਂ ਨੂੰ ਲੈ ਕੇ ਜਦੋਂ ਪਹੁੰਚਿਆ ਤੇ ਉਹਨਾਂ ਨੂੰ ਭੱਜਦਿਆਂ ਫਿਰ ਰਾਹ ਨਹੀਂ ਲੱਭਿਆ। ਜਿੱਦ ਨੂੰ ਜਿਹਦਾ ਮੂੰਹ ਪਿਆ ਉਧਰ ਨੂੰ ਭੱਜਦਾ ਚਲਾ ਗਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਭੰਗਾਣੀ ਦੇ ਯੁੱਧ ਨੂੰ ਜਿੱਤਦੇ ਨੇ। ਔਰ ਕਮਾਲ ਦੀ ਗੱਲ ਇਹ ਹੈ, ਭਾਵੇਂ ਇਸ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 2 ਭਰਾ ਜਿਨ੍ਹਾਂ ਦਾ ਨਾਮ ਸੰਗੋ ਸ਼ਾਹ ਤੇ ਜੀਤਮਲ ਕਰਕੇ ਲਿਖਿਆ ਹੋਇਆ, ਇਹ ਦੋਨੋਂ ਉਸ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਪੀਰ ਬੁੱਧੂ ਸ਼ਾਹ ਦੇ 4 ਪੁੱਤਰ ਆਏ ਨੇ ਲੜਨ ਵਾਸਤੇ। ਉਹਨਾਂ ਦੇ ਵਿੱਚੋਂ ਅਸ਼ਰਫ ਸ਼ਾਹ ਤੇ ਮੁਹੰਮਦ ਸ਼ਾਹ, ਇਹ ਦੋਨੋਂ ਪੁੱਤਰ ਪੀਰ ਬੁੱਧੂ ਸ਼ਾਹ ਦੇ ਜਿਹੜੇ ਨੇ ਇਸ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਪੀਰ ਬੁੱਧੂ ਸ਼ਾਹ ਦਾ ਇੱਕ ਭਰਾ ਜਿਹੜਾ ਹੈ ਉਹ ਵੀ ਇਸ ਜੰਗ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ। ਤੇ ਮੈਂ ਇੱਕ ਬੇਨਤੀ ਕਰਨਾ ਗੁਰਮੁਖੋ, ਅਸੀਂ ਕੋਈ ਛੋਟੀ ਮੋਟੀ ਵੀ ਗੁਰੂ ਘਰ ਵਿੱਚ ਸੇਵਾ ਕਰ ਦਈਏ ਤੇ ਮਨ ਵਿੱਚ ਸੋਚ ਹੁੰਦੀ ਹੈ ਵੀ ਪਤਾ ਲੱਗੇ ਕਿ ਆਪਾਂ ਵੀ ਸੇਵਾ ਕੀਤੀ ਹੈ। ਪਰ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੱਖ ਇਹ ਪੀਰ ਬੁੱਧੂ ਸ਼ਾਹ ਵਰਗੇ 2 ਪੁੱਤਰਾਂ ਨੂੰ ਸ਼ਹੀਦ ਕਰਵਾ ਕੇ, ਆਪਣੇ ਭਰਾ ਨੂੰ ਸ਼ਹੀਦ ਕਰਵਾ ਕੇ ਜਦੋਂ ਚਾਲੇ ਪਾਉਣ ਲੱਗੇ, ਗੁਰੂ ਮਹਾਰਾਜ ਜੀ ਨੇ ਪੂਰਾ ਸਰੋਪਾ ਵੀ ਨਹੀਂ ਦਿੱਤਾ। ਅੱਧਾ ਸਰੋਪਾ ਪੀਰ ਬੁੱਧੂ ਸ਼ਾਹ ਨੂੰ ਦਿੱਤਾ, ਅੱਧਾ ਸਰੋਪਾ ਜਿਹੜਾ ਹੈ ਮਹੰਤ ਕਿਰਪਾਲ ਚੰਦ ਉਦਾਸੀ ਨੂੰ ਦਿੱਤਾ। ਤੇ ਕਮਾਲ ਦੀ ਗੱਲ ਇਹ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਕੰਗਾ ਕਰਦੇ ਪਏ ਨੇ ਕੇਸਾਂ ਦੇ ਵਿੱਚ, ਤੇ ਪੀਰ ਬੁੱਧੂ ਸ਼ਾਹ ਜਦੋਂ ਤੁਰਨ ਲੱਗੇ, ਕਲਗੀਧਰ ਪਾਤਸ਼ਾਹ ਨੇ ਆਖਿਆ ਕੋਈ ਹੋਰ ਸੇਵਾ? ਕਹਿੰਦੇ ਮਹਾਰਾਜ ਹੋਰ ਸੇਵਾ ਨਹੀਂ, ਆ ਜਿਹੜਾ ਕੰਗਾ ਜਿਹਦੇ ਨਾਲ ਤੁਸੀਂ ਕੇਸ ਕਰਦੇ ਪਏ ਹੋ, ਇਹ ਕੰਗਾ ਤੁਸੀਂ ਮੈਨੂੰ ਦੇ ਦੇਵੋ। ਕਹਿਣ ਲੱਗੇ ਪੀਰ ਬੁੱਧੂ ਸ਼ਾਹ ਖਿਆਲ ਕਰ, ਇਸ ਕੰਗੇ ਵਿੱਚ ਸਾਡੇ ਕੇਸ ਹੈ, ਸਾਡੇ ਕੇਸ ਤੇਰੇ ਕੋਲ ਆ ਗਏ, ਕਿਵੇਂ ਸੰਭਾਲੇਗਾ? ਕਹਿੰਦਾ ਜੀ ਸਾਰਾ ਟੱਬਰ ਕੁਰਬਾਨ ਕਰ ਦੇਵਾਂਗਾ, ਸਾਰਾ ਟੱਬਰ ਨੂੰ ਮਰਵਾ ਦੇਵਾਂਗਾ, ਪਰ ਤੁਹਾਡੇ ਕੇਸਾਂ ਨੂੰ ਹਮੇਸ਼ਾ ਸੰਭਾਲ ਕੇ ਰੱਖਾਂਗਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਕੰਗਾ ਜਿਹੜਾ ਪੀਰ ਬੁੱਧੂ ਸ਼ਾਹ ਨੇ ਸੰਭਾਲਿਆ ਸੀ, ਕੁਝ ਕੇਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹਦੇ ਵਿੱਚ ਫਸੇ ਹੋਏ ਸਨ। ਇਸ ਨੇ ਘਰ ਲਿਆ ਕੇ ਬੀਬੀ ਨਸੀਰਾ ਆਪਣੀ ਪਤਨੀ ਨੂੰ ਆਖਿਆ, ਤੇਰੇ 2 ਪੁੱਤਰ ਸ਼ਹੀਦ ਹੋ ਗਏ, ਇੱਕ ਤੇਰਾ ਜੇਠ ਵੀ ਸ਼ਹੀਦ ਹੋ ਗਿਆ। ਤੇ ਕਹਿੰਦੀ ਬਦਲੇ 'ਚ ਕੀ ਦਿੱਤਾ? ਆ ਗੁਰੂ ਮਹਾਰਾਜ ਜੀ ਨੇ ਸਾਨੂੰ ਕੰਗਾ ਦਿੱਤਾ। ਬੀਬੀ ਨਸੀਰਾ ਨੇ ਚੁੰਮ ਕੇ ਉਸ ਕੰਗੇ ਨੂੰ ਆਪਣੇ ਮੱਥੇ ਨਾਲ ਲਗਾਇਆ। ਜਿਸ ਜਗ੍ਹਾ ਤੇ ਕੁਰਾਨ ਮਜੀਦ ਦਾ ਪਾਠ ਕਰਿਆ ਕਰਦੀ ਸੀ, ਉਸ ਜਗ੍ਹਾ ਉੱਤੇ ਉਸ ਕੰਗੇ ਨੂੰ ਸੰਭਾਲ ਕੇ ਰੱਖਿਆ। ਸਾਰਾ ਪਰਿਵਾਰ ਸ਼ਹੀਦ ਹੋ ਗਿਆ। ਪੀਰ ਬੁੱਧੂ ਸ਼ਾਹ ਨੇ ਉਸ ਕੰਗੇ ਨੂੰ, ਉਹਨਾਂ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਨੂੰ ਸੰਭਾਲ ਕੇ ਰੱਖਿਆ। ਤੇ ਅੱਜ ਜਦੋਂ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਹੋ, ਕੇਸਗੜ੍ਹ ਸਾਹਿਬ ਜੀ ਦੇ ਮੁਕਾਮ ਤੇ ਜਾ ਕੇ ਜਦੋਂ ਆਪ ਜੀ ਮੱਥਾ ਟੇਕਦੇ ਹੋ, ਸੱਚ ਕਰਕੇ ਜਾਣਿਓ, ਮਾਣ ਕਰਿਆ ਕਰੋ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੇਸ ਅੱਜ ਵੀ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਸੰਭਾਲੇ ਹੋਏ ਨੇ। ਉਹ ਕੰਗਾ ਸੰਭਾਲ ਕੇ ਰੱਖਿਆ ਹੋਇਆ। ਤੇ ਉਹਨਾਂ ਕੰਗੇ ਦੇ ਵਿੱਚ ਜਿੰਨੇ ਵੀ ਕੇਸ ਹੈ, ਉਹਨਾਂ ਕੇਸਾਂ ਦੇ ਵਿੱਚੋਂ ਇੱਕ ਵੀ ਕੇਸ ਚਿੱਟਾ ਨਹੀਂ ਹੈ, ਕਾਲੇ ਕੇਸ ਨੇ ਗੁਰੂ ਮਹਾਰਾਜ ਜੀ ਦੇ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਸ ਜਦੋਂ ਮਹਾਰਾਜ ਜੀ ਦੀ ਚੜ੍ਹਦੀ ਉਮਰ ਹੈ, ਆਪਣੇ ਪੁੱਤਰਾਂ ਨੂੰ ਕਿਵੇਂ ਉਹਨਾਂ ਨੇ ਸ਼ਹੀਦ ਕੀਤਾ ਹੋਵੇਗਾ, ਕਿਵੇਂ ਉਹਨਾਂ ਪੁੱਤਰਾਂ ਦੀਆਂ ਸ਼ਹਾਦਤਾਂ ਹੋਈਆਂ ਹੋਣਗੀਆਂ। ਜਦੋਂ ਮਹਾਰਾਜ ਜੀ ਦੀ ਆਪਣੀ ਉਮਰ ਹੀ ਚੜ੍ਹਦੀ ਉਮਰ ਹੋਵੇ ਤੇ ਆਪਣੇ ਚੜ੍ਹਦੀ ਉਮਰ ਦੇ ਪੁੱਤਰਾਂ ਨੂੰ ਜੰਗ ਦੇ ਵਿੱਚ ਸ਼ਹੀਦ ਕਰਵਾ ਦਿੱਤਾ ਹੋਵੇ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਿੱਸੇ ਵਿੱਚ ਆਇਆ ਹੈ। ਮੇਰੇ ਕੋਲ ਸਿਰਫ 1 ਮਿੰਟ ਬਾਕੀ ਬਚਿਆ, ਕਿਉਂਕਿ ਦਾਸ ਦੀ ਫਿਤਰਤ ਹੀ ਨਹੀਂ ਹੈ ਵੀ 1 ਮਿੰਟ ਵੀ ਜਥੇ ਦਾ ਫਾਲਤੂ ਮੈਂ ਲਵਾਂ। ਆਪ ਸਮੂਹ ਸੰਗਤ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ। ਤੁਸਾਂ ਨੇ ਜਦੋਂ ਮੈਂ ਸੇਵਾ ਵੀ ਕਰਦਾ ਸੀ ਉਦੋਂ ਵੀ ਬੜਾ ਮਾਣ ਬਖਸ਼ਿਸ਼ ਕੀਤਾ, ਤੇ ਅੱਜ ਭਾਵੇਂ ਇੱਥੋਂ ਸੇਵਾ ਮੁਕਤ ਹੋ ਕੇ ਬਾਕੀ ਸਾਰੇ ਇੰਡੀਆ ਵਿੱਚ ਸੇਵਾ ਕਰਦੇ ਪਏ ਆ। ਰਾਤੀ ਹੀ 3:30 ਵਜੇ ਮੈਂ ਤਕਰੀਬਨ ਜਲੰਧਰ ਸਿਟੀ ਪਹੁੰਚਿਆ ਸੀ। ਮੇਰੀ ਗੱਡੀ ਲੇਟ ਹੋ ਗਈ ਸੀ। ਖਿਆਲ ਕਰਨਾ, ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਸਮਾਗਮਾਂ ਦੇ ਵਿੱਚੋਂ ਵਾਪਸ ਮੁੜ ਕੇ ਆਪ ਜੀ ਕੋਲ ਸਿੱਧਾ ਆਏ ਹਾਂ। ਤੇ ਗੁਰੂ ਕਿਰਪਾ ਕਰਨ
मैं यही अरदास करदा कि नवां साल देसां विदेसां विच इस पिंड दे जिन्ने भी साडे परिवार रहिंदे ने वो भी चढ़दी कला विच रहन, क्योंकि कमाइयां भावें वो विदेसां विच करदे ने पर हमेशा अपने पिंड दा ध्यान रखदे ने। कोई भी समागम उन्हां दी कमाई तो बिना साडा सिरे नहीं चढ़दा। मैं उन्हां वीरां दा भी धन्नवादी हाँ, देसां विदेसां विच रह के भी अपने पिंड दी सार लैंदे ने। ते कोटान कोट धन्नवादां गुरु ग्रंथ साहिब महाराज जी दा, धन धन बाबा हीरा दास जी दा, जिन्हां ने अपने सेवक कोल आप सेवा लई है। इत्थों दी समूह प्रबंधक कमेटी, प्रधान साहब, सकत्तर साहब, मास्टर जी होनी और आप सब का बहुत बहुत धन्नवाद जी। जिन्नी भी पूरी दी पूरी कमेटी है सेवा करती पई है, चाहे वह खजानची के रूप में साडे सत्कारयोग भाई साहब भजन सिंह जी, चाहे वह सकत्तर के रूप में साडे सत्कारयोग मास्टर जी होनी नरिंदर सिंह जी साडे सत्कार वाले, चाहे साडे प्रधान साहब जी जिहड़े ने इत्थे सेवा करते पे ने। आप समूह प्रबंधक कमेटी का बहुत बहुत धन्नवाद जी। और मैं धन्नवादी हाँ इत्थों के नौजवान वीरां दा, जिन्हां दे मन विच हर साल फुरना आंदा। साडे सत्कारयोग वीर जिहड़े सोच रखते ने कि नਵੇਂ साल की शुरुआत मेरे सतगुरां की बाणी तो होवे, नਵੇਂ साल की शुरुआत मेरे सतगुर की बाणी तो होवे, गुरु इतिहास तो होवे। और चढ़ती कला वाले जथे मिल्खा सिंह मौजी पंथ के महान ढाडी जथा बुला के आप जी नूं इतिहास गुरु का सुनाणगे। आप सब का धन्नवाद। सरदार जसवंत सिंह जी गुरु घर के वजीर, आप सब का बहुत धन्नवाद। सत्कारयोग मातावां भैणां वीरां बजुर्गां नौजवानों का सब का बहुत बहुत धन्नवाद जी। गुरु नानक पातशाह जी किरपा करन द्वारा आप जी के दीदार होणगे। भुल चुक दी खिमा, फतेह का जवाब फतेह देना। आखो जी वाहिगुरू जी का खालसा, वाहिगुरू जी की फतेह। ये सब बहुत ही सत्कारयोग भाई साहब भाई सतनाम सिंह जी धामी, जिन्होंने बहुत चढ़ती कला वाली कथा करके संगतां नाल गुर अध्यापन